ਟੋਕੀਓ 올림픽ਸ ਵਿੱਚ ਭਾਰਤ ਨੂੰ ਦੂਜਾ ਮੈਡਲ। ਪੀਵੀ ਸਿੰਧੂ ਨੇ ਬੈਡਮਿੰਟਨ 'ਚ ਰਚਿਆ ਇਤਿਹਾਸ। ਚੀਨੀ ਖਿਡਾਰੀ ਨੂੰ ਮਾਤ ਦੇ ਕੇ ਹਾਸਲ ਕੀਤਾ ਬ੍ਰੌਂਜ਼ ਮੈਡਲ। ਸਿੰਧੂ ਦੀ ਜਿੱਤ ਤੇ ਦੇਸ਼ ਦੇ ਵਿੱਚ ਜਸ਼ਨ। ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਨੇ ਵੀ ਦਿੱਤੀ ਵਧਾਈ। ਸਭ ਨੇ ਇੱਕ ਸੁਰ ਦੇ ਵਿੱਚ ਕਿਹਾ, ਤੁਸੀਂ ਦੇਸ਼ ਦਾ ਮਾਣ ਹੋ। 41 ਸਾਲ ਬਾਅਦ ਸੈਮੀਫਾਈਨਲ ਦੇ ਵਿੱਚ ਪਹੁੰਚੀ ਹਾਕੀ ਟੀਮ। ਗ੍ਰੇਟ ਬ੍ਰਿਟਨ ਨੂੰ 3-1 ਦੇ ਨਾਲ ਹਰਾਇਆ। ਗੁਰਜੰਟ, ਹਾਰਦਿਕ ਤੇ ਦਿਲਪ੍ਰੀਤ ਨੇ ਦਾਗੇ ਗੋਲ। ਹਾਕੀ ਟੀਮ ਨੇ ਦੇਸ਼ ਵਾਸੀਆਂ ਦੇ ਵਿੱਚ ਭਰਿਆ ਨਵਾਂ ਜੋਸ਼। ਕੋਨੇ-ਕੋਨੇ ਤੋਂ ਮਿਲ ਰਹੀਆਂ ਵਧਾਈਆਂ। ਕੈਪਟਨ ਨੇ ਕਿਹਾ, ਬੜੇ ਮਾਣ ਦੀ ਗੱਲ, ਪੰਜਾਬ ਦੇ ਖਿਡਾਰੀਆਂ ਨੇ ਕੀਤੇ 3 ਗੋਲ। ਗੋਲਡ ਦੇ ਲਈ ਵੀ ਦਿੱਤੀਆਂ ਸ਼ੁਭਕਾਮਨਾਵਾਂ। ਪੰਜਾਬ ਨੂੰ ਲੈ ਕੇ ਦਿੱਲੀ 'ਚ ਆਮ ਆਦਮੀ ਪਾਰਟੀ ਦਾ ਮੰਥਨ। ਕੇਜਰੀਵਾਲ ਨੇ ਪੰਜਾਬ ਦੇ ਲੀਡਰਾਂ ਤੇ ਵਿਧਾਇਕਾਂ ਦੇ ਨਾਲ ਕੀਤੀ ਮੁਲਾਕਾਤ। 2022 ਦੀ ਰਣਨੀਤੀ ਨੂੰ ਲੈ ਕੇ ਕੀਤੀ ਚਰਚਾ। ਭਗਵੰਤ ਮਾਨ ਬੋਲੇ, ਸੀਐਮ ਚਿਹਰੇ ਤੇ ਫਿਲਹਾਲ ਨਹੀਂ ਹੋਇਆ ਕੋਈ ਫੈਸਲਾ। ਬਠਿੰਡਾ ਦੇ ਪਿੰਡ ਦਾਦੂਵਾਲ ਦੇ ਲੋਕਾਂ ਨੇ ਲਿਖਤੀ ਮਤਾ ਪਾ ਕੇ ਬਲਜੀਤ ਸਿੰਘ ਦਾਦੂਵਾਲ ਦਾ ਹੀ ਕੀਤਾ ਬਾਈਕਾਟ। ਬੀਜੇਪੀ ਆਗੂਆਂ ਨੂੰ ਬੁਲਾ ਕੇ ਪਿੰਡ ਦਾ ਮਾਹੌਲ ਖਰਾਬ ਕਰਨ ਦਾ ਇਲਜ਼ਾਮ। ਖੰਨਾ ਦੇ ਵਿੱਚ ਇਸ਼ਤਿਹਾਰਬਾਜ਼ੀ ਦੇ ਲਈ ਲੱਗੇ LED ਬੋਰਡ ਦੇ ਵਿੱਚ ਕਿਸੇ ਨੇ ਕੀਤੀ ਸ਼ਰਾਰਤ। ਕੇਜਰੀਵਾਲ ਦੇ ਹੱਕ ਦੇ ਵਿੱਚ ਲਿਖੇ ਨਾਰੇ। ਮੁੱਖ ਮੰਤਰੀ ਲਈ ਵਰਤੀ ਇਤਰਾਜ਼ਯੋਗ ਭਾਸ਼ਾ। ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਪੁਲਿਸ। ਇਸ ਸੋਮਵਾਰ ਤੋਂ ਪੰਜਾਬ ਦੇ ਵਿੱਚ ਖੁੱਲਣਗੇ ਸਾਰੇ ਸਕੂਲ। ਗ੍ਰਹਿ ਵਿਭਾਗ ਤੋਂ ਬਾਅਦ ਸਿੱਖਿਆ ਵਿਭਾਗ ਨੇ ਵੀ ਦਿੱਤੀ ਹਰੀ ਝੰਡੀ। ਸਿੱਖਿਆ ਮੰਤਰੀ ਬੋਲੇ, ਰੈਂਡਮ ਟੈਸਟਿੰਗ ਹੋਵੇਗੀ। ਕੋਵਿਡ ਪ੍ਰੋਟੋਕਾਲ ਦਾ ਰੱਖਿਆ ਜਾਵੇਗਾ ਖਿਆਲ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ 올림픽ਸ ਦੀ। ਟੋਕੀਓ 올림픽ਸ ਜਾਰੀ ਨੇ ਤੇ ਇਸ ਵਿਚਾਲੇ ਦੇਸ਼ ਦੇ ਲਈ ਐਤਵਾਰ ਦਾ ਦਿਨ ਖੁਸ਼ਖਬਰੀਆਂ ਲੈ ਕੇ ਆਇਆ। ਖੁਸ਼ਖਬਰੀ ਬੈਡਮਿੰਟਨ ਦੇ ਗਰਾਊਂਡ ਤੋਂ ਤੇ ਖੁਸ਼ਖਬਰੀ ਹਾਕੀ ਦੇ ਗਰਾਊਂਡ ਤੋਂ। ਬੈਡਮਿੰਟਨ ਦੇ ਗਰਾਊਂਡ ਤੋਂ ਤਾਂ ਝੋਲੀ ਦੇ ਵਿੱਚ ਹਿੰਦੁਸਤਾਨ ਦੀ ਝੋਲੀ ਦੇ ਵਿੱਚ ਬ੍ਰੌਂਜ਼ ਮੈਡਲ ਪਿਆ ਤੇ ਦੂਜੇ ਪਾਸੇ ਹਾਕੀ ਦੇ ਗਰਾਊਂਡ ਤੋਂ ਇੱਕ ਆਸ ਵੱਜੀ ਹੈ, ਆਸ 골ਡ ਮੈਡਲ ਦੀ। ਜੀ ਵੱਡੀ ਖਬਰ ਅੱਜ ਦੇ ਦਿਨ ਦੀ। 올림픽ਸ ਦੇ ਵਿੱਚ ਬੈਡਮਿੰਟਨ 'ਚ ਬ੍ਰੌਂਜ਼ ਮੈਡਲ ਜਿੱਤਿਆ ਹੈ ਪੀਵੀ ਸਿੰਧੂ ਨੇ ਤੇ ਦੂਜੇ ਪਾਸੇ ਸੈਮੀਫਾਈਨਲ ਦੇ ਵਿੱਚ ਭਾਰਤੀ ਹਾਕੀ ਟੀਮ ਪਹੁੰਚ ਚੁੱਕੀ ਹੈ। 41 ਸਾਲ ਬਾਅਦ ਇਹ ਮੌਕਾ ਆਇਆ ਜਦੋਂ ਬਿਲਕੁਲ ਅਸੀਂ ਮੈਡਲ ਦੀ ਦਹਲੀਜ਼ ਦੇ ਉੱਤੇ ਖੜੇ ਹਾਂ। ਅਗਲੇ ਇੱਕ ਮੈਚ ਦੀ ਜਿੱਤ ਇੰਡੀਅਨ ਹਾਕੀ ਟੀਮ ਦਾ ਮੈਡਲ ਪੱਕਾ ਕਰ ਦੇਵੇਗੀ। ਸੈਮੀਫਾਈਨਲ 'ਚ ਜਿੱਤ ਦਾ ਮਤਲਬ ਹੈ ਕਿ ਮੈਡਲ ਪੱਕਾ ਹੋ ਜਾਏਗਾ। ਬੈਲਜੀਅਮ ਦੇ ਨਾਲ ਮੁਕਾਬਲਾ ਹੋਣਾ, ਜ਼ਬਰਦਸਤ ਟੱਕਰ ਹੋਏਗੀ ਤੇ ਹੁਣ ਪੂਰੀ ਉਮੀਦ ਤੇ ਫੋਕਸ ਇਸ ਸਮੇਂ ਪੂਰੇ ਦੇਸ਼ ਦਾ ਇੰਡੀਅਨ ਹਾਕੀ ਟੀਮ ਦੇ ਉੱਤੇ। ਬੈਡਮਿੰਟਨ 'ਚ ਬ੍ਰੌਂਜ਼ ਮੈਡਲ ਦੇ ਉੱਤੇ ਉਮੀਦ ਹੈ। ਤਾਂ ਵਧਾਈਆਂ ਦਾ ਸਿਲਸਿਲਾ ਵੀ ਜਾਰੀ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਭਾਰਤੀ ਹਾਕੀ ਟੀਮ ਦੀ। ਤਾਂ ਭਾਰਤੀ ਹਾਕੀ ਟੀਮ ਦੇ ਉੱਤੇ ਮੁੱਖ ਮੰਤਰੀ ਨੇ ਟਵੀਟ ਕੀਤਾ ਤੇ ਲਿਖਿਆ ਕਿ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ 3-1 ਦੇ ਨਾਲ ਗ੍ਰੇਟ ਬ੍ਰਿਟਨ ਨੂੰ ਹਰਾ ਦਿੱਤਾ। ਵਧਾਈ ਦਿੱਤੀ ਮੁੱਖ ਮੰਤਰੀ ਨੇ ਇਸ ਦੇ ਲਈ। ਉਹਨਾਂ ਨੇ ਕਿਹਾ ਕਿ 41 ਸਾਲ 올림픽 ਦੇ ਟੌਪ 4 ਦੇ ਵਿੱਚ ਥਾਂ ਬਣਾਈ। 41 ਸਾਲ ਬਾਅਦ ਖੁਸ਼ੀ ਹੈ। 3 ਗੋਲ ਪੰਜਾਬ ਦੇ ਖਿਡਾਰੀਆਂ ਨੇ ਕੀਤੇ। ਨਾਲ ਹੀ ਮੁੱਖ ਮੰਤਰੀ ਨੇ 골ਡ ਮੈਡਲ ਦੇ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਉਮੀਦ ਹੈ ਕਿ ਤੁਸੀਂ ਆਪਣਾ 100% ਦਵੋਗੇ। ਇਸ ਸਮੇਂ ਪੂਰਾ ਹਿੰਦੁਸਤਾਨ ਇਹੀ ਜ਼ਿਕਰ ਕਰ ਰਿਹਾ ਤੇ ਉਮੀਦ ਜਤਾ ਰਿਹਾ ਕਿ ਹਾਂ, ਇੰਡੀਅਨ ਖਿਡਾਰੀ ਜਿਹੜੇ ਹਾਕੀ ਟੀਮ ਦੇ ਖੇਡ ਰਹੇ ਨੇ ਇਸ ਤਰੀਕੇ ਨਾਲ ਆਪਣਾ 100% ਦੇਣਗੇ। ਪੂਰੇ ਜੋਸ਼ ਦੇ ਨਾਲ ਸੈਮੀਫਾਈਨਲ ਦੇ ਵਿੱਚ ਵੀ ਜਿੱਤ ਹਾਸਲ ਕਰਨਗੇ। उधर भारतीय हॉकी टीम ने देश ਦੇ ਵਿੱਚ ਨਵਾਂ ਜੋਸ਼ ਜਗਾ ਦਿੱਤਾ ਹੈ। ਮੈਡਲ ਦੀ ਉਮੀਦ ਹਾਕੀ ਦੇ ਵਿੱਚ ਵੀ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਵਧਾਈਆਂ ਮਿਲ ਰਹੀਆਂ ਨੇ। 올림픽 ਦੇ ਵਿੱਚ ਖੇਡ ਰਹੇ ਭਾਰਤੀ ਹਾਕੀ ਖਿਡਾਰੀ ਰੁਪਿੰਦਰ ਸਿੰਘ ਦੇ ਪਰਿਵਾਰ ਨੇ ਵੀ ਖੂਬ ਵਧਾਈਆਂ ਉਹਨਾਂ ਨੂੰ ਮਿਲ ਰਹੀਆਂ ਨੇ। ਰੁਪਿੰਦਰ ਸਿੰਘ ਤੁਹਾਨੂੰ ਦੱਸ ਦਈਏ ਫਰੀਦਕੋਟ ਦੇ ਰਹਿਣ ਵਾਲੇ ਨੇ ਤੇ ਪਰਿਵਾਰ ਜਿੱਤ ਦੀ ਖੁਸ਼ੀ ਮਨਾ ਰਿਹਾ ਹੈ। ਵਧੀਆ ਖੇਡ ਰਹੇ ਹੈ। ਉਮੀਦ ਹੈਗੀ ਹੈ ਪ੍ਰਮਾਤਮਾ ਕਰੇ ਇਹਨਾਂ ਨੂੰ ਐਂ ਹੀ ਸ਼ਕਤੀ ਮਿਲੇ, ਚੰਗਾ ਖੇਡਦੇ ਰਹਿਣ, ਮੈਚ ਜਿੱਤ ਕੇ ਵਾਪਸ ਆਉਣ। ਗੋਲਡ ਮੈਡਲ ਲੈ ਕੇ ਆਉਣ ਫਾਈਨਲ 'ਚ ਖੇਡਣ।
ਮੇਰੀ ਇਹੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਬਾਬਾ ਜੀ ਅੱਗੇ, ਬਾਬਾ ਜੀ ਇਹ 골ਡ ਮੈਡਲ ਲੈ ਕੇ ਆਉਣ। ਬੱਚੇ ਬਹੁਤ ਵਧੀਆ ਖੇਡ ਰਹੇ ਹੈ, ਉਮੀਦ ਹੈਗੀ ਹੈ ਪ੍ਰਮਾਤਮਾ ਕਰੇ ਇਹਨਾਂ ਨੂੰ ਐਂ ਹੀ ਸ਼ਕਤੀ ਮਿਲੇ, ਚੰਗਾ ਖੇਡਦੇ ਰਹਿਣ, ਮੈਚ ਜਿੱਤ ਕੇ ਵਾਪਸ ਆਉਣ। 골ਡ ਮੈਡਲ ਲੈ ਕੇ ਆਉਣ, ਫਾਈਨਲ 'ਚ ਖੇਡਣ। ਮੇਰੀ ਇਹੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਬਾਬਾ ਜੀ ਅੱਗੇ, ਬਾਬਾ ਜੀ ਇਹ 골ਡ ਮੈਡਲ ਲੈ ਕੇ ਆਉਣ ਤੇ ਦੇਸ਼ ਦਾ ਨਾਮ ਉੱਚਾ ਕਰਨ। ਤੇ ਹੁਣ ਗੱਲ ਪੀਵੀ ਸਿੰਧੂ ਦੀ ਵੀ ਕਰਦੇ ਹਾਂ। ਪੀਵੀ ਸਿੰਧੂ ਨੇ 올림픽ਸ ਦੇ ਵਿੱਚ ਇਤਿਹਾਸ ਰਚ ਦਿੱਤਾ ਹੈ। ਜੀ ਹਾਂ, ਬੈਡਮਿੰਟਨ ਦੇ ਵਿੱਚ ਉਹਨਾਂ ਨੇ ਬ੍ਰੌਂਜ਼ ਮੈਡਲ ਦੇਸ਼ ਦੇ ਨਾਮ ਕਰ ਲਿਆ। ਟੋਕੀਓ 올림픽ਸ ਦੇ ਵਿੱਚ ਇਹ ਹਿੰਦੁਸਤਾਨ ਦਾ ਦੂਜਾ ਮੈਡਲ ਹੈ। ਇਸ ਤੋਂ ਪਹਿਲਾਂ ਮੀਰਾਬਾਈ ਚਾਨੂ ਨੇ ਵੇਟ ਲਿਫਟਿੰਗ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਸੀ ਤੇ ਹੁਣ ਕਾਂਸੇ ਦਾ ਤਗਮਾ ਮਿਲਿਆ ਹੈ ਪੀਵੀ ਸਿੰਧੂ ਨੂੰ। ਚੀਨੀ ਖਿਡਾਰਨ ਦੇ ਨਾਲ ਬ੍ਰੌਂਜ਼ ਮੈਡਲ ਮੈਚ ਉਹਨਾਂ ਦਾ ਹੋਇਆ। ਹਾਲਾਂਕਿ ਉਮੀਦ ਉਹਨਾਂ ਤੋਂ ਇਸ ਵਾਰ 골ਡ ਦੀ ਸੀ। ਸੈਮੀਫਾਈਨਲ ਦੇ ਵਿੱਚ ਉਹਨਾਂ ਨੂੰ ਹਾਰ ਮਿਲੀ ਤੇ ਉਸ ਤੋਂ ਬਾਅਦ ਉਹਨਾਂ ਨੇ ਬ੍ਰੌਂਜ਼ ਮੈਡਲ ਮੈਚ ਚੀਨ ਦੀ ਖਿਡਾਰਨ ਦੇ ਖਿਲਾਫ ਖੇਲਿਆ ਤੇ ਤੁਹਾਨੂੰ ਦੱਸ ਦਈਏ ਕਿ ਜਿੱਤ ਹਾਸਲ ਕੀਤੀ ਹੈ। ਪਹਿਲੀ ਖਿਡਾਰਨ ਬਣ ਚੁੱਕੇ ਨੇ, ਪਹਿਲੀ ਮਹਿਲਾ ਖਿਡਾਰਨ ਹੈ ਪੀਵੀ ਸਿੰਧੂ ਹਿੰਦੁਸਤਾਨ ਦੀ ਜਿਸਨੇ 2 올림픽 ਮੈਡਲ ਜਿੱਤੇ ਹੋਣ। ਰੀਓ 올림픽 2016 ਦੇ ਵਿੱਚ ਹੋਈ ਸੀ ਬ੍ਰਾਜ਼ੀਲ ਦੇ ਵਿੱਚ, ਤਾਂ ਉੱਥੇ ਵੀ ਸਿਲਵਰ ਮੈਡਲ ਪੀਵੀ ਸਿੰਧੂ ਨੇ ਜਿੱਤਿਆ ਸੀ ਬੈਡਮਿੰਟਨ ਦੇ ਵਿੱਚ ਤੇ 올림픽ਸ 2 ਵਾਰ ਮੈਡਲ ਜਿੱਤਣ ਵਾਲੀ ਪਹਿਲੀ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਬਣ ਚੁੱਕੀ ਹੈ ਪੀਵੀ ਸਿੰਧੂ। ਲਗਾਤਾਰ 2 올림픽ਸ ਦੇ ਵਿੱਚ ਮੈਡਲ ਜਿੱਤਣ ਵਾਲੀ ਖਿਡਾਰਨ ਬਣ ਚੁੱਕੀ ਹੈ। जी ने जो कमाल किया है उसके लिए बहुत बहुत बधाई। बार बार देश के लिए उन्होंने मेडल जीते हैं और दूसरी बार ओलंपिक्स में मेडल जीतने वाली दूसरी खिलाड़ी बनी है। देश की बेटी पीवी सिंधु जी को बहुत बहुत बधाई और शुभकामनाएं। और मैं तो यही कहूँगा कि आज जिस तरह से डोमिनेट करके वो खेली हैं, शानदार प्रदर्शन उनका रहा है, स्मैशिंग विक्ट्री रही है। देश की ओर से बहुत बहुत बधाई। और एक के बाद दूसरी बेटी ने भी भारत को मेडल दिलाया। No, it's a great, really thankful to our Prime Minister Modi ji, because it's a great motivation to the child. When we spoke on Zoom, सिंधु हम आपके साथ आइसक्रीम खाएंगे जब आप मेडल लेकर आओगे। ठीक है, गोल्ड मेडल सोचे हैं लेकिन नहीं मिली है, लेकिन मेडल ही होता है। ओलंपिक में मेडल जीतना उतना आसान नहीं है, तो बस इंतजार करेंगे। Last question, sir. The coach also was the first time that he is associated with Sindhu. Do you think that this is a winning combination for the future as well? Yes, I am very confident. I am very happy with the training of the coach, and I only pray and request Bai that he should be continued for next year Olympics and Commonwealth, Asian Games and Commonwealth. फिर 2 साल के बाद फिर ओलंपिक। So अगर ये कोच कंटिन्यू होगा सिंधु के साथ, 2-3 good players also can be kept to दो लोग रहने से अच्छा होगा। 2 या 3 लड़की लोग सिंधु के साथ लगाने से ना, सिंधु के साथ वो लोग भी थोड़ा पॉलिश होंगे और they can also come and participate and represent the country। ਤਾਂ ਪੀਵੀ ਸਿੰਧੂ ਨੇ ਇਤਿਹਾਸ ਰਚਿਆ ਤੇ ਸਿੰਧੂ ਦੀ ਜਿੱਤ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਜਸ਼ਨ ਹੈ। ਇਹ ਦੂਜਾ ਮੈਡਲ ਹਿੰਦੁਸਤਾਨ ਨੂੰ ਮਿਲ ਚੁੱਕਿਆ ਹੈ। 3 ਮੈਡਲ ਪੱਕੇ ਹੋ ਚੁੱਕੇ ਨੇ, 2 ਮਿਲ ਚੁੱਕੇ ਨੇ, 1 ਮੈਡਲ ਹੋਰ ਬਾਕਸਿੰਗ ਦੇ ਵਿੱਚ ਪੱਕਾ ਹੋ ਚੁੱਕਿਆ ਹੈ। ਪਰ ਇਸ ਤੋਂ ਵੀ ਜ਼ਿਆਦਾ ਪੂਰਾ ਦੇਸ਼ ਕਹਿ ਰਿਹਾ ਹੈ ਕਿ ਦਿਲ ਮੰਗੇ ਮੋੜ। ਜੇ ਸਿੰਧੂ ਦੇ ਨਾਲ ਕਈ ਜੂਨੀਅਰ ਟੂਰਨਾਮੈਂਟ ਦੇ ਵਿੱਚ ਬਤੌਰ ਕੋਚ ਰਹੇ ਸੁਰਿੰਦਰ ਮਹਾਜਨ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਨੇ। स्टार शटलर पीवी सिंधु ने लगातार दूसरी बार ओलंपिक में पदक जीतकर इतिहास में नाम दर्ज करा लिया। हालांकि रियो में सिंधु ने सिल्वर जीता था, लेकिन इस बार ब्रॉन्ज जीता है। लेकिन मेडल होता है, वो भी ओलंपिक का। और पीवी सिंधु और ओलंपिक मेडल, यहाँ तक का सफर अपनी आंखों से देखने वाले आज हमारे साथ उनके जो कोच रहे हैं, उनके कैंप्स में, कई टूर्नामेंट्स में, साई के पूर्व कोच सुरेंद्र महाजन हमारे साथ हैं। और पहले एक फोटो दिखाऊंगा, पहले आप इस तस्वीर पर नजर डालिए। ये फोटो देखिए जिसमें आपको पीवी सिंधु नजर आएगी और साई प्रणीत नजर आएंगे, क्योंकि ये दोनों खिलाड़ी ओलंपिक में गए थे। साई प्रणीत भी है। ये यूथ कॉमनवेल्थ चैंपियनशिप की फोटो है, साथ में कोच हैं सुरेंद्र महाजन। और काफ़ी कैंप्स में, काफ़ी टूर्नामेंट्स में पीवी सिंधु के साथ रहे, उनको नज़दीक से देखा। आज सिंधु की सफलता पर हमारे साथ बातचीत करने के लिए मौजूद हैं। बहुत बहुत स्वागत है सर आपका और बहुत बहुत मुबारकबाद। आपको भी, सारे भारतवर्ष को बहुत मुबारक है जी। आज का दिन हमारे लिए सीना चौड़ा करने का दिन है, पूरे भारतवासी और खासकर बैडमिंटन के फेडरेटी के लिए। मुझे याद है आज से काफ़ी साल पहले पंजाब यूनिवर्सिटी का हॉल में जब सिंधु एक टूर्नामेंट खेलने आई थी, आपने मुझे कहा था कि वो लड़की एक दिन
चैंपियन बनेगी साइना की तरह। और जब रियो में बात सच हुई तब भी मैंने आपका इंटरव्यू किया था। आज लगातार दूसरा मेडल। सिंधु की जर्नी को आपने बहुत नज़दीक से देखा, आपने उसको पीवी सिंधु स्टार बनते हुए देखा है। मैं तो ये कहूँगा उसका स्टार बनना निश्चित था, इसीलिए मैंने पहले इंटरव्यू में भी यही कहा, क्योंकि मैंने उस लड़की को देखा कि टोटली फोकस्ड है, वो कमिटेड है, उसने सब कुछ सेक्रीफाइस किया है गेम के लिए। और उसको कुछ उसने जो आजकल के बच्चे सोचते हैं मैं ये पालूं वो पालूं, उसने कुछ पाने की इच्छा नहीं, उसको यही है मैं ओलंपिक में मेडल जीतूं, मैं वर्ल्ड चैंपियन बनूं। वर्ल्ड चैंपियन बन गई, ओलंपिक में मेडल भी आ गया। लेकिन ये बहुत बड़ी बात है, उसने एक इतिहास रच दिया। आज लगातार दोनों बार मेडल उसने लिए हैं ओलंपिक में। और हमें तो वाकई बड़े को जूनियर टाइम में कई साल हम साथ रहे हैं, तो मैं तो तब भी कहता हूँ बहुत डेडिकेटेड लड़की मैंने देखी अपने जीवन में। सेक्रीफाइस जैसे हमने भी कई बार, मैंने एक बार पूछा था जब आपसे मिलने भी आई थी जब हरियाणा में, कि सेक्रीफाइस क्या किया, चाहे खाने की बात हो या मोबाइल फ़ोन ना यूज़ करने की बात हो। सर आप आज के डेट में भी अगर सिंधु को फ़ोन मिलाएं, फ़ोन नहीं मिलेगा, क्योंकि उसके पास फ़ोन ही नहीं है। उसका कहना है कि भी अगर मैं फ़ोन रखूँगी तो मेरी कंसंट्रेशन लूज़ होती है, इतनी बड़ी। लेकिन आज का बच्चा किसी को कहो जी फ़ोन नहीं लेना, तो मेरा ख्याल कोई भी बच्चा नहीं मानेगा। बड़े से बड़े पेरेंट्स भी बेचारे सरेंडर कर देते हैं। और ये है असली सेक्रीफाइस, ये नहीं खाना, ये खाना है, ये मेरे लिए नुकसानदेह है, मैंने यहाँ जाना है, यहाँ नहीं जाना है, ये सारी चीज़ें सिंधु ने त्यागी हैं। एक तपस्वी की तरह उसने जीवन अपना जिया है। लेकिन खेल की प्रतिभा उसके अंदर जो थी, उसने पूरी निखार के हमारे भारत को क्या पूरे वर्ल्ड में हमारा नाम रोशन किया है। सिंधु अभी 1 साल से पार्क, जो साउथ कोरियन कोच है, उनके साथ प्रैक्टिस कर रही थी। गोपीचंद की देन है, चाहे साइना हो सिंधु हो, क्रेडिट किसे जाता है? सर मैं मेन क्रेडिट तो गोपीचंद को ही दूंगा, जिसने उसको इस मुकाम तक बुलाया। जब सिल्वर मेडल आया था तब पार्क नहीं थे, गोपीचंद ही थे। गोपीचंद के ही हार्डवर्क ने उसको यहाँ तक पहुँचाया। और सिंधु का अपना हार्डवर्क तो है, मैं पहले कह चुका हूँ, डेडिकेटेड है, कमिटेड है। उसके साथ साथ मैं गोपीचंद के साथ साथ उसके पेरेंट्स को भी देना चाहता हूँ, जो उन्होंने अपना सारा कुछ त्याग दिया उस बच्चे के लिए। उन्होंने मेरे ख्याल प्री मेच्योर रिटायरमेंट, वो एक खुद बड़े तकड़े प्लेयर हैं, अर्जुन अवार्डी हैं, वॉलीबॉल के कैप्टन हैं इंडिया के, उसके मदर भी वॉलीबॉल प्लेयर हैं। उन्होंने सब कुछ छोड़ दिया, इसकी डाइट, इसकी जर्नी में साथ जाना, ताकि बच्चा कोई कंफर्ट जोन में रहे। ये सारी चीज़ें काउंट करती हैं। जब आप हमेशा कहते थे, जब सेमीफाइनल जो क्वार्टर फाइनल था वो जब हुआ और चाइनीज़ खिलाड़ी से हारी, ताइपी से हारी थी, एजिलिटी पर आपने कहा वर्क करना चाहिए। मैं तो शुरू से ही, जब भी जूनियर थी तब भी यही डिस्कशन होती थी, मेरे इसके फादर से भी थे, मैं तो जूनियर टाइम में रहा हूँ इसके साथ कोच, तब भी हमारी यही डिस्कशन होती थी कि एजिलिटी पे काम जरूरी है। एजिलिटी काफ़ी इसने कवर किया मेरे हिसाब से, एजिलिटी, क्योंकि जितने आप देख लो, कल जो हारी ताइजू से, उसने सारे क्रॉस कोर्ट नेट शॉट से इसको हराया। अगर इसने उठा भी ली तो वीक रिटर्न है, उसने स्मैश करके पॉइंट ले लिया। लेकिन मैक्सिमम सारे उसने स्ट्रोक इसकी जो मेन थी यहीं पर लिए सारे पॉइंट। और पर इसने फिर भी उस पर बहुत ओवरकम किया है, मैं कह सकता हूँ। लेकिन फिर भी यही कमी थी जिसके, और उसने दूसरी बात है, उसने इसको अटैक का मौका ही नहीं दिया उस लड़की ने। और कई बार ऐसा होता है, डे की भी बात होती है कि आज दिन नहीं है। तीसरी बात यह कि भी उसकी गेम इसको सूट नहीं की। जो ब्रॉन्ज मेडल का मैच था उसमें आप ब्रॉन्ज मेडल का देख लो, वन साइडेड कर दिया इसने। और उससे पहला मैच भी था जो भी, वो भी वन साइडेड कर दिया। हालांकि ये सारे प्लेयर 19-20 का फर्क है सबका, कभी भी कोई किसी को भी मार सकता है। ये जितने ऊपर के क्वार्टर फाइनल से ऊपर हैं, मैं तो कहता हूँ ओलंपिक में जितने गए हैं, ये सबका 19-20 का फर्क होता है। कोई कभी भी किसी को मार सकता। ਤਾਂ ਵੱਡੀ ਖੁਸ਼ਖਬਰੀ ਪੂਰੇ ਦੇਸ਼ ਦੇ ਲਈ ਹੈ। ਪੀਵੀ ਸਿੰਧੂ ਨੇ 올림픽ਸ ਦੇ ਵਿੱਚ ਲਗਾਤਾਰ ਦੂਜਾ ਮੈਡਲ ਜਿੱਤਿਆ 2016 ਤੇ 2021 ਦੇ ਵਿੱਚ ਆ ਕੇ ਵੀ। ਤੇ ਦੂਜੇ ਪਾਸੇ ਹਾਕੀ ਟੀਮ ਤੋਂ ਵੀ ਇਸ ਵਾਰ ਮੈਡਲ ਦੀਆਂ ਉਮੀਦਾਂ ਨੇ। ਟੀਮ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ। ਹੁਣ ਅੱਗੇ ਵਧਦੇ ਹਾਂ ਤੇ ਫਟਾਫਟ ਅੰਦਾਜ਼ ਦੇ ਵਿੱਚ ਦੇਖਾਂਗੇ ਦਿਨ ਭਰ ਦੀਆਂ ਖਬਰਾਂ। ਟੋਕੀਓ 올림픽ਸ ਦੇ ਵਿੱਚ ਪੀਵੀ ਸਿੰਧੂ ਨੇ ਬੈਡਮਿੰਟਨ ਦੇ ਵਿੱਚ ਇਤਿਹਾਸ ਰਚ ਦਿੱਤਾ ਹੈ। ਚੀਨੀ ਖਿਡਾਰਨ ਨੂੰ ਮਾਤ ਦੇ ਕੇ ਬ੍ਰੌਂਜ਼ ਮੈਡਲ ਆਪਣੇ ਨਾਮ ਕੀਤਾ ਹੈ। ਟੋਕੀਓ 올림픽ਸ ਦੇ ਵਿੱਚ ਇਹ ਦੇਸ਼ ਦਾ ਦੂਜਾ ਮੈਡਲ ਹੈ। ਤਾਂ ਪੀਵੀ ਸਿੰਧੂ ਨੇ ਦੂਜਾ ਮੈਡਲ ਲਗਾਤਾਰ ਜਿੱਤ ਹਾਸਲ ਕੀਤੀ ਹੈ ਤੇ ਉਹਨਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ। ਟੋਕੀਓ 올림픽ਸ ਦੇ ਵਿੱਚ ਜਿੱਤ ਨੂੰ ਲੈ ਕੇ ਪੀਵੀ ਸਿੰਧੂ ਦੇ ਘਰ ਖੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਵੀ ਲੱਗਿਆ ਹੋਇਆ।
ਉਧਰ ਸਿੰਧੂ ਦੀ ਜਿੱਤ ਤੇ ਦੇਸ਼ ਦੇ ਵਿੱਚ ਜਸ਼ਨ ਹੈ। ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਕੈਪਟਨ ਨੇ ਵੀ ਵਧਾਈ ਦਿੱਤੀ ਹੈ। ਸਭ ਨੇ ਇੱਕ ਸੁਰ ਦੇ ਵਿੱਚ ਕਿਹਾ ਕਿ ਤੁਸੀਂ ਦੇਸ਼ ਦਾ ਮਾਣ ਹੋ। ਹਾਕੀ ਦੇ ਵਿੱਚ ਵੀ ਮੈਡਲ ਦੀ ਆਸ ਜਾਗੀ ਹੈ। ਟੀਮ ਇੰਡੀਆ ਨੇ ਗ੍ਰੇਟ ਬ੍ਰਿਟਨ ਨੂੰ ਹਰਾ ਕੇ 3-1 ਦੇ ਨਾਲ ਹਰਾ ਕੇ ਸੈਮੀਫਾਈਨਲ ਦੇ ਵਿੱਚ ਥਾਂ ਪੱਕੀ ਕਰ ਲਈ ਹੈ। ਉਧਰ ਪੰਜਾਬ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਮੰਥਨ ਕੀਤਾ। ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਪੰਜਾਬ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੇ ਵਿੱਚ 2022 ਦੀਆਂ ਚੋਣਾਂ ਤੇ ਮੌਜੂਦਾ ਹਾਲਾਤ ਨੂੰ ਲੈ ਕੇ ਚਰਚਾ ਹੋਈ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਵਿੱਚ ਸੁਰ ਉੱਠੇ ਨੇ। ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਪਹਿਲ ਦੇਣ ਤੇ ਨਾਰਾਜ਼ਗੀ ਜਤਾਈ। ਲੁਧਿਆਣਾ ਪੂਰਬ ਤੋਂ ਹਲਕਾ ਇੰਚਾਰਜ ਰਜਿੰਦਰ ਸਿੰਘ ਨੇ ਕਿਹਾ ਕਿ ਜੇ ਪੰਜਾਬ ਦੇ ਆਗੂ ਨਹੀਂ ਸੁਣਨਗੇ ਤਾਂ ਫਿਰ ਦਿੱਲੀ ਦਾ ਰੁਖ ਕਰਾਂਗੇ। ਖੰਨਾ ਦੇ ਵਿੱਚ ਲੱਗੇ ਇੱਕ ਐਲਈਡੀ ਬੋਰਡ ਦੇ ਉੱਤੇ ਕਿਸੇ ਨੇ ਸ਼ਰਾਰਤ ਕੀਤੀ ਅਤੇ ਮੁੱਖ ਮੰਤਰੀ ਬਾਰੇ ਅਪਸ਼ਬਦ ਲਿਖ ਦਿੱਤੇ। ਇਸ ਇਸ਼ਤਿਹਾਰੀ ਬੋਰਡ ਦੇ ਵਿੱਚ ਕੇਜਰੀਵਾਲ ਦੇ ਹੱਕ ਦੇ ਵਿੱਚ ਵੀ ਲਿਖਿਆ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਸ ਬੋਰਡ ਨੂੰ ਬੰਦ ਕਰਵਾ ਦਿੱਤਾ। ਖੰਨਾ ਬੋਰਡ ਵਿਵਾਦ ਨੂੰ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਕਰਾਰ ਦਿੱਤਾ ਤੇ ਮੁੱਖ ਮੰਤਰੀ ਦੇ ਲਈ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਖੰਨਾ ਦੇ ਵਿੱਚ ਮੁੱਖ ਮੰਤਰੀ ਦੇ ਖਿਲਾਫ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਨਿਖੇਧੀ ਕੀਤੀ ਗਈ। ਵਿਧਾਨ ਸਭਾ ਚੋਣ ਲੜ ਚੁੱਕੇ ਅਨਿਲ ਦੱਤ ਫਲੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਐਲਈਡੀ ਬੋਰਡ ਇਸਤੇਮਾਲ ਕਰਨ ਵਾਲੇ ਰਿਸ਼ੀ ਵਿਜ ਦਾ ਕਹਿਣਾ ਹੈ ਕਿ ਸੌਫਟਵੇਅਰ ਤੋਂ ਬਿਨਾਂ ਤੇ ਪਾਸਵਰਡ ਤੋਂ ਬਿਨਾਂ ਕੁਝ ਵੀ ਲਿਖਣਾ ਸੰਭਵ ਹੈ। ਇਹ ਸਿਰਫ ਪਾਸਵਰਡ ਹੈਕ ਹੋਣ ਤੇ ਹੀ ਹੋ ਸਕਦਾ ਹੈ। ਉਧਰ ਅੰਮ੍ਰਿਤਸਰ ਪਹੁੰਚੇ ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਅਣਦੇਖਿਆ ਕਰ ਰਹੀ ਹੈ। ਬੀਜੇਪੀ ਆਗੂ ਤਰੁਣ ਚੁੱਗ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਕਾਂਗਰਸ ਸਿਰਫ ਕੁਰਸੀ ਦੇ ਲਈ ਸਿਆਸਤ ਕਰ ਰਹੀ ਹੈ। ਅੱਤਵਾਦ ਵਿਰੋਧੀ ਬਿੱਲ ਤੇ ਸਦਨ ਦੇ ਵਿੱਚ ਵਾਕਆਊਟ ਕਰਨ ਦੇ ਨਾਲ ਉਸ ਦਾ ਅੱਤਵਾਦ ਦਾ ਸਮਰਥਨ ਕਰਨ ਵਾਲਾ ਚਿਹਰਾ ਉਜਾਗਰ ਹੋ ਗਿਆ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬੀਜੇਪੀ ਨੂੰ ਹਰਾਉਣ ਦੇ ਨਾਲ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ। ਜੇ ਕਾਨੂੰਨ ਰੱਦ ਵੀ ਹੋਏ ਤਾਂ ਡੈਥ ਵਾਰੰਟ ਵਾਪਸ ਨਹੀਂ ਹੋਣਗੇ। ਬਠਿੰਡਾ ਦੇ ਪਿੰਡ ਦਾਦੂਵਾਲ ਦੇ ਲੋਕਾਂ ਨੇ ਲਿਖਤੀ ਮਤਾ ਪਾ ਕੇ ਬਲਜੀਤ ਸਿੰਘ ਦਾਦੂਵਾਲ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਪਿੰਡ ਦੇ ਲੋਕਾਂ ਨੇ ਦਾਦੂਵਾਲ ਦੇ ਬਾਈਕਾਟ ਦਾ ਮਤਾ ਪਾਇਆ ਤੇ ਬੀਜੇਪੀ ਆਗੂਆਂ ਨੂੰ ਬੁਲਾ ਕੇ ਪਿੰਡ ਦਾ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਲਗਾਏ। ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਅਮਰੂਹਾਂ ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੰਮ੍ਰਿਤਸਰ ਦੇ ਪਿੰਡ ਨੰਗਲੀ ਦੇ ਵਿੱਚੋਂ ਵੱਡੀ ਗਿਣਤੀ 'ਚ ਕਿਸਾਨਾਂ ਦਾ ਜੱਥਾ ਟਿੱਕਰੀ ਬਾਰਡਰ ਦੇ ਲਈ ਰਵਾਨਾ ਹੋਇਆ। ਕਰਨਾਲ ਦੇ ਭਾਦਸੋਂ ਪਿੰਡ ਦੇ ਵਿੱਚ ਇੱਕ ਸ਼ਖਸ ਨੇ ਆਪਣੇ 2 ਬੱਚਿਆਂ ਦੇ ਕਤਲ ਤੋਂ ਬਾਅਦ ਖੁਦਕੁਸ਼ੀ ਕਰ ਲਈ। ਸ਼ਖਸ ਆਪਣੀ ਪਤਨੀ ਦੇ ਦੂਜੇ ਵਿਆਹ ਤੋਂ ਪਰੇਸ਼ਾਨ ਸੀ। ਸ਼ਖਸ ਦੀ ਪਤਨੀ ਨੇ ਗੁਆਂਢ ਦੇ ਵਿੱਚ ਰਹਿੰਦੇ ਇੱਕ ਸ਼ਖਸ ਦੇ ਨਾਲ ਵਿਆਹ ਕਰਵਾਇਆ ਸੀ। ਪਾਣੀਪਤ ਦੇ ਵਿੱਚ ਬਦਮਾਸ਼ਾਂ ਨੇ ਘਰ ਦੇ ਵਿੱਚ ਵੜ ਕੇ ਸ਼ਰੇਆਮ ਗੁੰਡਾਗਰਦੀ ਕੀਤੀ ਤੇ ਅੱਗ ਲਗਾ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਕਾਰਨ ਇੱਕ ਬਾਈਕ ਅਤੇ ਹੋਰ ਸਮਾਨ ਸੜ ਗਿਆ। ਪੁਲਿਸ ਨੇ 4 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਲੁਧਿਆਣਾ ਦੇ ਵਿੱਚ ਮੁੱਲਾਂਪੁਰ ਦਾਖਾ ਦੇ ਪਿੰਡ ਜੰਗਪੁਰਾ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋ ਗਿਆ। 2 ਭਰਾਵਾਂ ਦੇ ਵਿਚਾਲੇ ਗੋਲੀਆਂ ਚੱਲ ਗਈਆਂ ਤੇ 2 ਵਿਅਕਤੀ ਜ਼ਖਮੀ ਹੋ ਗਏ। ਮੁਕਤਸਰ ਸਾਹਿਬ ਦੇ ਪਿੰਡ ਲੰਬੀ ਢਾਬ ਦੇ ਵਿੱਚ ਇੱਕ ਮਜ਼ਦੂਰ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਭੱਠਾ ਮਾਲਕ ਨੇ ਮਜ਼ਦੂਰ ਤੇ ਚੋਰੀ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਟਰੈਕਟਰ ਦੇ ਨਾਲ ਬੰਨ੍ਹ ਕੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਨਾਭਾ ਦੇ ਵਿੱਚ ਬਜ਼ੁਰਗ ਮਹਿਲਾ ਦੀ ਕੁੱਟਮਾਰ ਦੇ ਇਲਜ਼ਾਮਾਂ ਤੇ ਪਰਿਵਾਰ ਨੇ ਸਫਾਈ ਦਿੱਤੀ ਹੈ। ਬੇਟੇ ਨੇ ਕਿਹਾ ਕਿ ਅਸੀਂ ਮਾਂ ਦੀ ਕੁੱਟਮਾਰ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਬਜ਼ੁਰਗ ਮਹਿਲਾ ਨੇ ਨੂੰਹ ਤੇ ਬੇਟੇ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਸਨ। ਪਠਾਨਕੋਟ ਦੇ ਨਾਰਕੋਟਿਕ ਸੈੱਲ ਨੇ 2 ਵੱਖ-ਵੱਖ ਮਾਮਲਿਆਂ ਦੇ ਵਿੱਚ 2 ਮੁਲਜ਼ਮ ਗ੍ਰਿਫਤਾਰ ਕੀਤੇ ਨੇ। ਉਹਨਾਂ ਦੇ ਕੋਲੋਂ 5 ਕਿਲੋ ਭੁੱਕੀ ਅਤੇ 95 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਇੰਡੀਅਨ ਵਿਮਨ ਰਾਈਡਰ ਕਲੱਬ ਨੇ ਜ਼ੀਰਕਪੁਰ ਤੋਂ ਮੋਟਰਸਾਈਕਲ ਰੈਲੀ ਕੱਢੀ। ਰੈਲੀ ਦੇ ਵਿੱਚ ਵੱਡੀ ਗਿਣਤੀ 'ਚ ਔਰਤਾਂ ਨੇ ਹਿੱਸਾ ਲਿਆ ਤੇ ਲੋਕਾਂ ਨੂੰ ਮਹਿਲਾ ਸਸ਼ਕਤੀਕਰਨ ਬਾਰੇ ਜਾਗਰੂਕ ਕੀਤਾ ਗਿਆ। ਇਹ ਰੈਲੀ ਪੰਚਕੂਲਾ ਦੇ ਸੈਕਟਰ 12 ਦੇ ਵਿੱਚ ਬਾਲ ਸਦਨ ਪਹੁੰਚ ਕੇ ਖਤਮ ਹੋਈ। ਹਰਿਆਣਾ ਪੁਲਿਸ ਦੇ ਮੁਲਾਜ਼ਮ ਸੁਨੀਲ ਸੰਧੂ ਨੇ ਸਮਾਜ ਸੇਵਾ ਦੇ ਲਈ ਸਾਈਕਲ ਤਿਰੰਗਾ ਯਾਤਰਾ ਮੁਹਿੰਮ ਸ਼ੁਰੂ ਕੀਤੀ ਹੈ, ਜੋ ਕਿ ਲੋਕਾਂ ਨੂੰ ਬੂਟੇ ਲਗਾਉਣ ਦੇ ਨਾਲ-ਨਾਲ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਵੀ ਜਾਗਰੂਕ ਕਰ ਰਹੀ ਹੈ। ਨੰਗਲ ਦੇ ਜੰਗਲਾਂ ਦੇ ਵਿੱਚੋਂ ਵਰਤੀ ਗਈ ਪੈਸਟੀਸਾਈਡ ਮਿਲਣ ਦੇ ਨਾਲ ਹੜਕੰਪ ਮਚ ਗਿਆ। ਜੰਗਲ ਦੇ ਵਿੱਚ ਕਈ ਥਾਵਾਂ ਤੇ ਪੈਸਟੀਸਾਈਡ ਖਿਲਰੀ ਹੋਈ ਸੀ। ਪਿੰਡ ਦੇ ਵਿੱਚ 1 ਮਹੀਨੇ ਤੋਂ ਲਗਾਤਾਰ ਪਸ਼ੂਆਂ ਦੀ ਮੌਤ ਹੋ ਰਹੀ ਹੈ। ਸੰਗਰੂਰ ਦੇ ਵਿੱਚ ਮੂਨਕ ਦੇ ਕਈ ਪਿੰਡਾਂ ਦੇ ਘਰਾਂ 'ਚ ਬਰਸਾਤੀ ਪਾਣੀ ਵੜ ਗਿਆ, ਜਿਸ ਕਾਰਨ ਘਰਾਂ ਦੇ ਵਿੱਚ ਤਰੇੜਾਂ ਪੈ ਗਈਆਂ। ਲੋਕ ਉੱਚੀਆਂ ਥਾਵਾਂ ਤੇ ਜਾਣ ਦੇ ਲਈ ਮਜਬੂਰ ਨੇ। ਕਪੂਰਥਲਾ ਦੇ ਕਈ ਪਿੰਡਾਂ ਦੇ ਵਿੱਚ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਬਿਆਸ ਦਰਿਆ ਦੇ ਨਾਲ ਲੱਗਦੇ ਐਡਵਾਂਸ ਬੰਨ ਦੇ ਉੱਤੇ ਇੱਕ ਵੱਡਾ
ਘਾਰਾ ਪੈ ਗਿਆ। ਜਾਇਜ਼ਾ ਲੈਣ ਪਹੁੰਚੇ ਤਹਿਸੀਲਦਾਰ ਵਿਨੋਦ ਕੁਮਾਰ ਨੇ ਜਲਦੀ ਮੁਰੰਮਤ ਦਾ ਭਰੋਸਾ ਦਿੱਤਾ ਹੈ। ਲਾਹੌਲ ਸਪੀਤੀ ਦੇ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਜਾਨਮਾਲ ਦਾ ਨੁਕਸਾਨ ਹੋਇਆ ਹੈ ਤੇ ਲੋਕਾਂ ਨੂੰ 2 ਫਲਾਈਟਾਂ ਦੇ ਜ਼ਰੀਏ ਪ੍ਰਭਾਵਿਤ ਥਾਵਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਗੋਹਾਣਾ ਦੇ ਵਿੱਚ ਮੀਂਹ ਪੈਣ ਦੇ ਨਾਲ ਗੜੀ ਉਜਲੇ ਖਾਨ ਪਿੰਡ ਦੇ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਤੇ ਪਤੀ ਪਤਨੀ ਮਲਬੇ ਹੇਠ ਦਬ ਗਏ। ਲੋਕਾਂ ਨੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ, ਹਸਪਤਾਲ ਭਰਤੀ ਕਰਵਾਇਆ। ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਈਸੋਲੇਸ਼ਨ ਸੈਂਟਰ ਦੇ ਵਿੱਚ ਬਣੇ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਤੇ ਕੋਵਿਡ ਦੇ ਦੌਰ ਦੇ ਵਿੱਚ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਮਿੱਟੀ ਦੀ ਕੁਸ਼ਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਰਾਸ਼ਟਰੀ ਚੈਂਪੀਅਨਸ਼ਿਪ ਕਰਵਾਈ ਜਾਵੇਗੀ ਜੋ ਕਿ ਦਸੰਬਰ ਮਹੀਨੇ ਦੇ ਵਿੱਚ ਹਰਿਆਣਾ ਦੇ ਵਿੱਚ ਪ੍ਰਬੰਧਿਤ ਕੀਤੀ ਜਾਏਗੀ। ਇਹ ਫੈਸਲਾ ਭਾਰਤੀ ਸ਼ੈਲੀ ਕੁਸ਼ਤੀ ਐਸੋਸੀਏਸ਼ਨ ਆਫ ਇੰਡੀਆ ਦੀ ਮੀਟਿੰਗ ਦੇ ਵਿੱਚ ਲਿਆ ਗਿਆ। ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।